Kanchan Outlook. ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 535ਵੇਂ ਅੰਗ ਤੇ ਵਿਰਾਜਮਾਨ ਗੁਰਬਾਣੀ ਦੇ ਵਿੱਚ ਗੁਰੂ ਅਰਜਨ ਸਾਹਿਬ ਗੱਲ ਕਰਦੇ ਹਨ ਉਸ ਪਰਮਾਤਮਾ ਦੇ ਸਰੂਪ ਦੀ, ਉਸ ਪਰਮਾਤਮਾ ਦੇ ਇਸ ਸ੍ਰਿਸ਼ਟੀ ਦੇ ਕਣ ਕਣ ਵਿੱਚ ਵਸੇ ਹੋਣ ਦੀ ਗੱਲ ਕਰਦੇ ਹਨ। ਉਸ ਪਰਮਾਤਮਾ ਦੇ ਸਾਡੇ ਨੇੜੇ ਹੋਣ ਦੀ ਅਤੇ ਨੇੜੇ ਹੋ ਕੇ ਵੀ ਦੂਰ ਰਹਿਣ ਦੀ, ਕਿ ਕਿਵੇਂ ਮਨੁੱਖੀ ਅਕਲ ਉਸ ਪਰਮਾਤਮਾ ਤੱਕ ਨਹੀਂ ਪਹੁੰਚ ਸਕਦੀ, ਅਤੇ ਜੇਕਰ ਅਸੀਂ ਮਨੁੱਖੀ ਅਕਲ ਦੇ ਸਹਾਰੇ ਉਸ ਪਰਮਾਤਮਾ ਤੱਕ ਪਹੁੰਚ ਨਹੀਂ ਕਰ ਸਕਦੇ ਤਾਂ ਫਿਰ ਉਸ ਪਰਮਾਤਮਾ ਤੱਕ ਪਹੁੰਚ ਕਿਵੇਂ ਹੋਵੇਗੀ। ਨਾਲ ਹੀ ਗੱਲ ਹੈ ਸੰਗਤ ਦੀ, ਖਾਸ ਕਰਕੇ ਸਾਕਤ ਮਨੁੱਖਾਂ ਦੀ ਸੰਗਤ ਦੀ। ਇਹ ਸੰਗਤ ਸਾਡੇ ਉੱਪਰ ਕਿਸ ਪ੍ਰਕਾਰ ਦਾ ਅਸਰ ਕਰ ਸਕਦੀ ਹੈ ਅਤੇ ਇਸ ਸੰਗਤ ਤੋਂ ਬਚਣਾ ਕਿਵੇਂ ਹੈ। ਆਓ ਗੁਰਬਾਣੀ ਸਰਵਣ ਕਰੀਏ ਅਤੇ ਸਾਰੀਆਂ ਹੀ ਗੱਲਾਂ ਸਮਝੀਏ। ਦੇਵ ਗੰਧਾਰੀ ਮਹਿਲਾ ਪੰਜਵਾਂ। ਮੈਂ ਬਹੁ ਬਿਧ ਪੇਖਿਓ, ਦੂਜਾ ਨਾਹੀ ਰੀ ਕੋਊ। ਖੰਡ ਦੀਪ ਸਭ ਭੀਤਰ ਰਵਿਆ, ਪੂਰ ਰਹਿਓ ਸਭ ਲੋਊ। ਰਹਾਉ। ਹੇ ਭੈਣ, ਮੈਂ ਇਸ ਅਨੇਕਾਂ ਰੰਗਾਂ ਵਾਲੇ ਜਗਤ ਨੂੰ ਗੌਰ ਨਾਲ ਵੇਖਿਆ ਹੈ। ਮੈਂ ਬਹੁ ਬਿਧ ਪੇਖਿਓ, ਦੂਜਾ ਨਾਹੀ ਰੀ ਕੋਊ। ਗੁਰੂ ਸਾਹਿਬ ਕਹਿੰਦੇ ਮੈਂ ਅਨੇਕਾਂ ਰੰਗਾਂ ਵਾਲੇ, ਅਨੇਕਾਂ ਭਾਂਤਾਂ ਵਾਲੇ ਇਸ ਜਗਤ ਨੂੰ ਬੜੇ ਗੌਰ ਨਾਲ ਵੇਖਿਆ ਹੈ। ਮੈਨੂੰ ਇਸ ਵਿੱਚ ਪਰਮਾਤਮਾ ਤੋਂ ਬਿਨਾਂ ਕੋਈ ਹੋਰ ਨਹੀਂ ਦਿਸਦਾ। ਕਹਿਣ ਤੋਂ ਭਾਵ ਹੈ ਕਿ ਜਦੋਂ ਅਸੀਂ ਜਗਤ ਨੂੰ ਧਿਆਨ ਦੇ ਨਾਲ ਵੇਖੀਏ ਤਾਂ ਜਗਤ ਦੇ ਵਿੱਚ ਵਾਪਰਦਾ ਹੋਇਆ ਕੱਲਾ ਕੱਲਾ ਵਰਤਾਰਾ ਸਾਨੂੰ ਸੋਚਣ ਲਈ ਮਜਬੂਰ ਕਰੇਗਾ ਕਿ ਇਹ ਕਿੰਝ ਹੋ ਸਕਦਾ ਹੈ। ਕਿਹੜੀ ਐਸੀ ਤਾਕਤ ਹੈ ਜੋ ਇਸ ਜਗਤ ਨੂੰ ਚਲਾ ਰਹੀ ਹੈ। ਬੇਸ਼ੱਕ ਉਹ ਮਨੁੱਖੀ ਸਰੀਰ ਹੋਵੇ, ਕਿਸੇ ਹੋਰ ਜੀਵ ਦਾ ਸਰੀਰ ਹੋਵੇ, ਬੇਸ਼ੱਕ ਵਾਤਾਵਰਣ ਦਾ ਕੋਈ ਤੱਤ ਹੋਵੇ, ਚਲਦੀਆਂ ਹਵਾਵਾਂ ਹੋਵਣ, ਵਗਦੇ ਹੋਏ ਪਾਣੀ ਹੋਵਣ, ਧਰਤੀ ਵੱਲੋਂ ਵੱਖ-ਵੱਖ ਚੀਜ਼ਾਂ ਨੂੰ ਆਪਣੇ ਵੱਲ ਖਿੱਚਿਆ ਜਾਣਾ ਹੋਵੇ, ਧਰਤੀ ਦਾ ਘੁੰਮਣਾ ਹੋਵੇ, ਸੂਰਜ ਦਾ ਚੜ੍ਹਨਾ ਡੁੱਬਣਾ, ਚੰਦਰਮਾ ਦਾ, ਤਾਰਿਆਂ ਦਾ ਨਜ਼ਰ ਆਉਣਾ, ਦਿਨ ਹੋਣਾ, ਰਾਤ ਹੋਣੀ, ਰੁੱਤਾਂ ਦਾ ਬਦਲਣਾ। ਇਹ ਅਜਿਹੇ ਵਰਤਾਰੇ ਨੇ ਜੋ ਹਰ ਰੋਜ਼ ਸਾਨੂੰ ਵੇਖਣ ਨੂੰ ਮਿਲਦੇ ਨੇ। ਮਨੁੱਖੀ ਸਰੀਰ ਹੈ, ਇੰਨਾ ਗੁੰਝਲਦਾਰ ਹੈ, ਕਿਵੇਂ ਚੱਲ ਰਿਹਾ ਹੈ। ਜੇ ਦਿਲ ਨੂੰ ਧੜਕਾਉਣ ਦੀ ਡਿਊਟੀ ਕਿਸੇ ਮਨੁੱਖ ਦੀ ਲਾ ਦਿੱਤੀ ਜਾਵੇ, ਕਿੰਨਾ ਕੁ ਚਿਰ ਕਰ ਪਾਵੇਗਾ? ਬਹੁਤਾ ਚਿਰ ਨਹੀਂ। ਹੋਰ ਸਰੀਰ ਦੇ ਵਿੱਚ ਕਿੰਨੀਆਂ ਪ੍ਰਕਿਰਿਆਵਾਂ ਹੋ ਰਹੀਆਂ ਨੇ। ਸਰੀਰ ਦਾ ਇੱਕ ਇੱਕ ਅੰਗ ਆਪੋ ਆਪਣੀ ਡਿਊਟੀ ਨਿਭਾ ਰਿਹਾ ਹੈ, ਆਪਣੇ ਆਪ ਹੀ ਨਿਭਾ ਰਿਹਾ ਹੈ। ਸਾਨੂੰ ਦੱਸਣਾ ਨਹੀਂ ਪੈਂਦਾ ਕਿ ਦਿਲ ਧੜਕ, ਸਾਨੂੰ ਦੱਸਣਾ ਨਹੀਂ ਪੈਂਦਾ ਕਿ ਸਾਡੇ ਗੁਰਦਿਓ ਤੁਸੀਂ ਸਾਡਾ ਖੂਨ ਸਾਫ਼ ਕਰੋ। ਪਰਮਾਤਮਾ ਨੇ ਅਜਿਹਾ ਇੱਕ ਸਿਸਟਮ ਬਣਾ ਦਿੱਤਾ, ਆਪਣੇ ਆਪ ਹੀ ਚੱਲ ਰਿਹਾ ਹੈ। ਕੁਝ ਹੱਦ ਤੱਕ ਚੀਜ਼ਾਂ ਹਨ ਸਾਡੇ ਹੱਥ ਵਿੱਚ ਜੋ ਪਰਮਾਤਮਾ ਨੇ ਦਿੱਤੀਆਂ ਨੇ ਕਿ ਤੁਸੀਂ ਭਾਈ ਇਸ ਸਰੀਰ ਦਾ ਧਿਆਨ ਰੱਖੋ, ਇਹਦੇ 'ਚ ਗੰਦ ਮੰਦ ਨਾ ਪਾਓ, ਚੰਗਾ ਭੋਜਨ ਖਾਓ, ਥੋੜ੍ਹੀ ਬਹੁਤੀ ਕਸਰਤ ਵੀ ਕਰੋ, ਇਹਨੂੰ ਚੱਲਦਾ ਫਿਰਦਾ ਰੱਖੋ। ਜੇ ਇੱਕ ਥਾਂ ਬਿਠਾ ਲਿਆ ਤੇ ਜੁੜ ਜਾਏਗਾ। ਪਰ ਇਹ ਸਾਰੇ ਹੀ ਰੰਗ ਨੇ ਇਸ ਜਗਤ ਦੇ, ਅਤੇ ਜਦੋਂ ਇਹਨਾਂ ਨੂੰ ਅਸੀਂ ਗੌਰ ਨਾਲ ਵੇਖਦੇ ਹਾਂ ਤਾਂ ਇਹਨਾਂ 'ਚੋਂ ਸਾਨੂੰ ਪਰਮਾਤਮਾ ਦੀ ਝਲਕ ਨਜ਼ਰ ਆਉਂਦੀ ਹੈ। ਅਸੀਂ ਸੋਚਣ ਲਈ ਮਜਬੂਰ ਹੁੰਦੇ ਹਾਂ ਕਿ ਕੋਈ ਤੇ ਤਾਕਤ ਹੈ ਜਿਹੜੀ ਇਹ ਸਾਰੇ ਵਰਤਾਰੇ ਨੂੰ ਚਲਾ ਰਹੀ ਹੈ। ਉਹ ਤਾਕਤ ਕੁਝ ਹੋਰ ਨਹੀਂ, ਪਰਮਾਤਮਾ ਹੀ ਹੋ ਸਕਦੀ ਹੈ। ਦੂਜਾ ਨਾਹੀ ਰੀ ਕੋ। ਖੰਡ ਦੀਪ ਸਭ ਭੀਤਰ ਰਵਿਆ, ਪੂਰ ਰਹਿਓ ਸਭ ਲੋਊ। ਧਰਤੀ ਦੇ ਸਾਰੇ ਖੰਡਾਂ ਵਿੱਚ, ਦੇਸ਼ਾਂ ਵਿੱਚ, ਸਭਨਾਂ ਵਿੱਚ ਪਰਮਾਤਮਾ ਮੌਜੂਦ ਹੈ। ਸਭ ਭਵਨਾਂ ਵਿੱਚ ਪਰਮਾਤਮਾ ਵਿਆਪਕ ਹੈ। ਅਗੰਮ ਅਗੰਮਾ ਕਵਣ ਮਹਿਮਾ, ਮਨ ਜੀਵੈ ਸੁਨ ਸੋਊ। ਚਾਰ ਆਸ਼ਰਮ ਚਾਰ ਬਰਨਾ,
ਮੁਕਤ ਭਏ ਸੇਵਤੋ। ਸੇਵਤੋ ਤੋਂ ਭਾਵ ਹੈ ਸੇਵਦੇ ਹਨ, ਸੇਵਾ ਕਰਦੇ ਹਨ। ਹੇ ਭੈਣ, ਪਰਮਾਤਮਾ ਅਪਹੁੰਚ ਹੈ। ਸਾਡੀ ਜੀਵਾਂ ਦੀ ਅਕਲ ਉਸ ਤੱਕ ਨਹੀਂ ਪਹੁੰਚ ਸਕਦੀ। ਉਸ ਦੀ ਵਡਿਆਈ ਕੋਈ ਵੀ ਬਿਆਨ ਨਹੀਂ ਕਰ ਸਕਦਾ। ਉਸ ਦੀ ਸ਼ੋਭਾ ਸੁਣ ਸੁਣ ਕੇ ਮੇਰੇ ਮਨ ਨੂੰ ਆਤਮਿਕ ਜੀਵਨ ਮਿਲ ਰਿਹਾ ਹੈ। ਚੌਹਾਂ ਆਸ਼ਰਮਾਂ, ਚੌਹਾਂ ਵਰਨਾਂ ਦੇ ਜੀਵ ਉਸ ਪਰਮਾਤਮਾ ਦੀ ਸੇਵਾ ਭਗਤੀ ਕਰਕੇ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦੇ ਹਨ। ਗੁਰ ਸ਼ਬਦ ਦਿਰੜਾਇਆ, ਪਰਮ ਪਦ ਪਾਇਆ। ਦੁਤੀਆ ਗਏ ਸੁਖ ਹੋਊ, ਕਹੋ ਨਾਨਕ ਭਵ ਸਾਗਰ ਤਰਿਆ। ਹਰ ਨਿਧ ਪਾਈ ਸਹਿਜੋ। ਹੇ ਨਾਨਕ, ਇਹ ਆਖੋ, ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਨੇ ਆਪਣਾ ਸ਼ਬਦ ਪੱਕਾ ਕਰਕੇ ਟਿਕਾ ਦਿੱਤਾ, ਗੁਰ ਸ਼ਬਦ ਦਿਰੜਾਇਆ, ਪਰਮ ਪਦ ਪਾਇਆ, ਉਸ ਮਨੁੱਖ ਨੇ ਉੱਚਾ ਆਤਮਿਕ ਦਰਜਾ ਹਾਸਲ ਕਰ ਲਿਆ। ਉਹਦੇ ਅੰਦਰੋਂ ਦੁਤੀਆ ਗਏ, ਮੇਰ ਤੇਰ ਚਲੀ ਜਾਂਦੀ ਹੈ, ਦਵੈਤ ਚਲੀ ਜਾਂਦੀ ਹੈ, ਉਹਨੂੰ ਆਤਮਿਕ ਆਨੰਦ ਮਿਲ ਜਾਂਦਾ ਹੈ। ਇਹ ਮੰਨ ਲਵੋ ਕਿ ਜਿਹਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਪੱਕਾ ਹੋ ਗਿਆ, ਉਸਨੇ ਸੰਸਾਰ ਸਮੁੰਦਰ ਤਰ ਲਿਆ। ਉਸਨੂੰ ਪਰਮਾਤਮਾ ਦਾ ਨਾਮ ਖਜ਼ਾਨਾ ਲੱਭ ਪਿਆ। ਆਤਮਿਕ ਅਡੋਲਤਾ ਹਾਸਲ ਹੋ ਗਈ। ਰਾਗ ਦੇਵ ਗੰਧਾਰੀ ਮਹਿਲਾ ਪੰਜਵਾਂ, ਘਰ ਛੇਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਏਕੈ ਰੇ ਹਰ ਏਕੈ ਜਾਨ, ਏਕੈ ਰੇ ਗੁਰਮੁਖ ਜਾਨ। ਰਹਾਉ। ਹੇ ਭਾਈ, ਹਰ ਥਾਂ ਇੱਕ ਪਰਮਾਤਮਾ ਨੂੰ ਹੀ ਵਸਦਾ ਸਮਝ। ਗੁਰੂ ਦੀ ਸ਼ਰਨ ਪੈ ਕੇ ਇੱਕ ਪਰਮਾਤਮਾ ਨੂੰ ਹੀ ਹਰ ਥਾਂ ਵਸਦਾ ਸਮਝ। ਦੋਨਾਂ ਹੀ ਪੰਕਤੀਆਂ ਦੇ ਇੱਕੋ ਜਿਹੇ ਅਰਥ ਨੇ। ਏਕੈ ਰੇ ਹਰ ਏਕੈ ਜਾਨ, ਏਕੈ ਰੇ ਗੁਰਮੁਖ ਜਾਨ। ਕਾਹੇ ਭ੍ਰਮਤ ਹਉ ਤੁਮ ਪ੍ਰਮੋ ਨ ਪਾਈ। ਰਵਿਆ ਰੇ ਰਵਿਆ ਸਰਬ ਥਾਨ। ਹੇ ਭਾਈ, ਤੁਸੀਂ ਕਿਉਂ ਭਟਕਦੇ ਹੋ? ਕਾਹੇ ਭ੍ਰਮਤ ਹਉ ਤੁਮ, ਭ੍ਰਮੋ ਨਾ, ਕਹਿੰਦੇ ਭਟਕਣਾ ਛੱਡ ਦਿਓ। ਰਵਿਆ ਰੇ ਰਵਿਆ ਸਰਬ ਥਾਨ। ਪਰਮਾਤਮਾ ਤਾਂ ਸਭ ਥਾਵਾਂ ਵਿੱਚ ਵਿਆਪਕ ਹੈ। ਉਹਨਾਂ ਲੋਕਾਂ ਨੂੰ ਸੰਬੋਧਨ ਕਰਦੇ ਹਨ ਗੁਰੂ ਸਾਹਿਬ, ਜਿਨ੍ਹਾਂ ਦਾ ਮਨ ਕਿਸੇ ਇੱਕ ਥਾਂ 'ਤੇ ਟਿਕਦਾ ਨਹੀਂ, ਜੋ ਕਦੇ ਇਸ ਦਰ 'ਤੇ ਕਦੇ ਉਸ ਦਰ 'ਤੇ ਭਟਕਦੇ ਫਿਰਦੇ ਹਨ ਕਿ ਕਿਤੋਂ ਸ਼ਾਂਤੀ ਮਿਲ ਜਾਵੇ, ਕਿਤੋਂ ਪਰਮਾਤਮਾ ਦੇ ਦਰਸ਼ਨ ਹੋ ਜਾਵਣ। ਗੁਰੂ ਸਾਹਿਬ ਕਹਿੰਦੇ ਉਹ ਪਰਮਾਤਮਾ ਤੇ ਹਰ ਥਾਂ ਵਿੱਚ ਵਿਆਪਕ ਹੈ। ਤੁਸੀਂ ਵੇਖਣ ਦੀ ਇੱਛਾ ਤੇ ਕਰੋ। ਤੁਸੀਂ ਇੱਕ ਵਾਰੀ ਇਸ ਗੱਲ ਨੂੰ ਮੰਨੋ ਤੇ ਸਹੀ। ਜਦ ਤੱਕ ਤੁਸੀਂ ਇਸ ਗੱਲ ਨੂੰ ਨਹੀਂ ਮੰਨਦੇ ਕਿ ਪਰਮਾਤਮਾ ਸਭ ਥਾਂ ਹੀ ਵਸਿਆ ਹੋਇਆ, ਉਦੋਂ ਤੱਕ ਤੁਸੀਂ ਖਾਸ ਖਾਸ ਥਾਵਾਂ 'ਤੇ ਉਸ ਪਰਮਾਤਮਾ ਨੂੰ ਲੱਭਦੇ ਫਿਰੋਂਗੇ। ਲੱਭਦੇ ਕੀ ਫਿਰੋਂਗੇ? ਭਟਕਦੇ ਫਿਰੋਂਗੇ। ਸਾਨੂੰ ਉਹੀ ਭਟਕਣਾ ਦੂਰ ਕਰਨ ਦੇ ਲਈ ਗੁਰੂ ਸਾਹਿਬ ਆਖ ਰਹੇ ਹਨ। ਜਉ ਬੈ ਸੰਤਰ ਕਾਸਟ ਮੁਝਾਰ, ਬਿਨ ਸੰਜਮ ਨਹੀਂ ਕਾਰਜ ਸਾਰ। ਬਿਨ ਗੁਰ ਨਾ ਪਾਵੈ ਗੋ, ਹਰ ਜੀ ਕੋ ਦੁਆਰ। ਮਿਲ ਸੰਗਤ ਤਜ ਅਭਿਮਾਨ, ਕਹੋ ਨਾਨਕ ਪਾਏ ਹੈ ਪਰਮ ਨਿਧਾਨ। ਜਿਉ ਬੈਸੰਤਰ ਕਾਸਟ ਮਜਾਰ। ਬਸੰਤਰ ਤੋਂ ਭਾਵ ਹੈ ਅੱਗ, ਕਾਸਟ ਮਜਾਰ ਤੋਂ ਭਾਵ ਹੈ ਲੱਕੜ ਦੇ ਵਿੱਚ। ਗੁਰੂ ਸਾਹਿਬ ਕਹਿੰਦੇ ਭਾਈ, ਜਿਵੇਂ ਹਰੇਕ ਲੱਕੜ ਵਿੱਚ ਅੱਗ ਵਸਦੀ ਹੈ, ਪਰ ਉਸ ਲੱਕੜ ਦੇ ਵਿੱਚੋਂ ਅੱਗ ਨੂੰ ਵਰਤਣ ਦੇ ਲਈ ਜੁਗਤ ਚਾਹੀਦੀ ਹੈ, ਇੱਕ ਤਰੀਕਾ ਚਾਹੀਦਾ ਹੈ ਅਤੇ ਇੱਕ ਚੰਗਿਆੜੀ ਵੀ ਚਾਹੀਦੀ ਹੈ। ਤੁਹਾਡੇ ਕੋਲ ਮਾਚਿਸ ਹੋ ਸਕਦੀ ਹੈ, ਪਰ ਜਦ ਤੱਕ ਉਹ ਤਰੀਕਾ ਨਹੀਂ ਪਤਾ ਜਿਹਦੇ ਨਾਲ ਮਾਚਿਸ ਦੀ ਵਰਤੋਂ ਕਰਕੇ ਲੱਕੜ ਦੇ ਵਿੱਚੋਂ ਅੱਗ ਕੱਢੀ ਜਾ ਸਕੇ, ਤਾਂ ਦੋਨਾਂ ਚੀਜ਼ਾਂ ਦਾ, ਲੱਕੜ ਦਾ ਅਤੇ ਮਾਚਿਸ ਦਾ, ਤੁਹਾਡੇ ਕੋਲ ਹੋਣ ਦਾ ਵੀ ਕੋਈ ਲਾਭ ਨਹੀਂ। ਤੁਹਾਡਾ ਕੰਮ ਸਿਰੇ ਨਹੀਂ ਚੜ੍ਹੇਗਾ।
ਤਿੰਨਾਂ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ, ਲੱਕੜ ਵੀ, ਮਾਚਿਸ ਵੀ, ਅਤੇ ਮਾਚਿਸ ਨੂੰ ਵਰਤਣ ਦਾ ਤਰੀਕਾ ਵੀ ਗੁਰੂ ਸਾਹਿਬ ਕਹਿੰਦੇ ਬਿਲਕੁਲ ਉਸੇ ਪ੍ਰਕਾਰ ਹੀ ਪਰਮਾਤਮਾ ਹਰ ਥਾਂ ਵਸ ਰਿਹਾ ਹੈ। ਗੁਰੂ ਇਸ ਜਗਤ ਦੇ ਵਿੱਚ ਮੌਜੂਦ ਹੈ। ਤੀਜੀ ਚੀਜ਼ ਜਿਹੜੀ ਮਿਸਿੰਗ ਹੈ, ਜਿਹਦੀ ਕਮੀ ਹੈ, ਉਹ ਹੈ ਕਿ ਤੂੰ ਗੁਰੂ ਕੋਲ ਜਾਵੇਂ ਅਤੇ ਗੁਰੂ ਤੋਂ ਪਰਮਾਤਮਾ ਦੇ ਨਾਲ ਸਾਂਝ ਗੰਢਣ ਦੀ ਜੁਗਤ ਹਾਸਲ ਕਰੇ। ਫਿਰ ਤੇਰੇ ਕੰਮ ਸਿਰੇ ਚੜ੍ਹਨਗੇ। ਜਦ ਤੱਕ ਤੇਰੇ ਕੋਲ ਉਹ ਜੁਗਤ ਨਹੀਂ, ਤੇਰੇ ਕੰਮ ਸਿਰੇ ਨਹੀਂ ਚੜ੍ਹਦੇ। ਬਿਨ ਸੰਜਮ ਨਹੀਂ ਕਾਰਜ ਸਾਰ। ਸੰਜਮ ਤੋਂ ਇੱਥੇ ਭਾਵ ਹੈ ਜੁਗਤ, ਤਰੀਕਾ। ਬਿਨ ਗੁਰ ਨਾ ਪਾਵੈ ਗੋ, ਹਰ ਜੀ ਕੋ ਦੁਆਰ। ਗੁਰੂ ਤੋਂ ਬਿਨਾਂ ਕੋਈ ਵੀ ਮਨੁੱਖ ਪਰਮਾਤਮਾ ਦਾ ਦਰ ਨਹੀਂ ਲੱਭ ਸਕੇਗਾ। ਮਿਲ ਸੰਗਤ ਤਜ ਅਭਿਮਾਨ, ਕਹੋ ਨਾਨਕ ਪਾਏ ਹੈ ਪਰਮ ਨਿਧਾਨ। ਇਹ ਨਾਨਕ ਇਹ ਆਖੋ ਕਿ ਸਾਧ ਸੰਗਤ ਵਿੱਚ ਮਿਲ ਕੇ ਆਪਣਾ ਹੰਕਾਰ ਤਿਆਗ ਅਤੇ ਸਰਬ ਤੋਂ ਸ੍ਰੇਸ਼ਟ ਨਾਮ ਖਜ਼ਾਨਾ ਹਾਸਲ ਕਰ। ਦੇਵ ਗੰਧਾਰੀ ਮਹਿਲਾ ਪੰਜਵਾਂ। ਜਾਨੀ ਨਾ ਜਾਈ ਤਾਂ ਕੀ ਗਾਤ। ਰਹਾਉ। हे ਭਾਈ, ਉਸ ਪਰਮਾਤਮਾ ਦੀ ਆਤਮਿਕ ਅਵਸਥਾ ਸਮਝੀ ਨਹੀਂ ਜਾ ਸਕਦੀ ਕਿ ਪਰਮਾਤਮਾ ਕਿਹੋ ਜਿਹਾ ਹੈ। ਇਹ ਗੱਲ ਜਾਣੀ ਨਹੀਂ ਜਾ ਸਕਦੀ। ਪਰਮਾਤਮਾ ਕੀ ਸੋਚਦਾ ਹੈ, ਕੀ ਸੋਚ ਕੇ ਇਸ ਜਗਤ ਦੇ ਵਿੱਚ ਵਰਤਣ ਵਾਲੇ ਅਨੇਕਾਂ ਹੀ ਪ੍ਰਕਾਰ ਦੇ ਚੰਗੇ ਮੰਦੇ ਵਰਤਾਰਿਆਂ ਨੂੰ ਵਰਤਾਉਂਦਾ ਹੈ, ਇਹ ਗੱਲ ਆਪਾਂ ਨਹੀਂ ਸਮਝ ਸਕਦੇ। ਕਹਾਂ ਪੇਖਾਰੋ ਹੋ ਕਰ ਚਤੁਰਾਈ, ਬਿਸਮਨ ਬਿਸਮੇ ਕਹਿਨ ਕਹਾਤ। हे ਭਾਈ, ਆਪਣੀ ਅਕਲ ਦਾ ਜ਼ੋਰ ਲਾ ਕੇ ਮੈਂ ਉਸ ਪਰਮਾਤਮਾ ਨੂੰ ਕਿਵੇਂ ਵਿਖਾਵਾਂ। ਗੁਰੂ ਸਾਹਿਬ ਕਹਿੰਦੇ ਨਹੀਂ ਵਿਖਾ ਸਕਦਾ। ਜਿਹੜੇ ਮਨੁੱਖ ਉਸ ਪਰਮਾਤਮਾ ਨੂੰ ਬਿਆਨ ਕਰਨ ਦਾ ਯਤਨ ਕਰਦੇ ਨੇ, ਉਹ ਵੀ ਹੈਰਾਨ ਰਹਿ ਜਾਂਦੇ ਨੇ ਕਿ ਉਸ ਪਰਮਾਤਮਾ ਦਾ ਸਰੂਪ ਕਥਿਆ ਨਹੀਂ ਜਾ ਸਕਦਾ। ਗਣ ਗੰਧਰਵ ਸਿੱਧ ਅਰ ਸਾਧਿਕ, ਸੁਰ ਨਰ ਦੇਵ ਬ੍ਰਹਮ ਬ੍ਰਹਮਾਦਿਕ। ਚਤੁਰ ਵੇਦ ਉਚਰਤ ਦਿਨ ਰਾਤ, ਅਗੰਮ ਅਗੰਮ ਠਾਕੁਰ ਆਗਾਦ। ਗੁਣ ਬੇਅੰਤ ਬੇਅੰਤ ਭਨ ਨਾਨਕ, ਕਹਿਨ ਨਾ ਜਾਈ ਪਰੈ ਪਰਾਤ। हे ਭਾਈ, ਸ਼ਿਵ ਜੀ ਦੇ ਗੁਣ, ਦੇਵਤਿਆਂ ਦੇ ਰਾਗੀ, ਕਰਾਮਾਤੀ ਜੋਗੀ, ਯੋਗ ਸਾਧਨਾ ਕਰਨ ਵਾਲੇ, ਦੈਵੀ ਗੁਣਾਂ ਵਾਲੇ ਮਨੁੱਖ, ਦੇਵਤੇ, ਬ੍ਰਹਮ ਗਿਆਨੀ, ਬ੍ਰਹਮਾ ਆਦਿਕ ਵੱਡੇ ਦੇਵਤੇ, ਚਾਰੇ ਹੀ ਵੇਦ ਉਸ ਪਰਮਾਤਮਾ ਦੇ ਗੁਣਾਂ ਦਾ ਦਿਨ ਰਾਤ ਉਚਾਰਨ ਕਰਦੇ ਹਨ। ਗੁਣਾਂ ਦਾ ਉਚਾਰਨ ਕਰਦੇ ਹਨ, ਪਰਮਾਤਮਾ ਤੱਕ ਪਹੁੰਚ ਨਹੀਂ ਸਕਦੇ। ਗੁਰੂ ਸਾਹਿਬ ਕਹਿੰਦੇ ਆਪਣੀ ਅਕਲ ਦੇ ਜ਼ੋਰ 'ਤੇ ਪਰਮਾਤਮਾ ਤੱਕ ਪਹੁੰਚ ਨਹੀਂ ਹੋ ਸਕਦੀ। ਉਹ ਅਪਹੁੰਚ ਹੈ, ਉਹ ਅਥਾਹ ਹੈ। हे ਨਾਨਕ ਆਖ, ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹ ਬੇਅੰਤ ਹੈ, ਉਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਪਰੇ ਤੋਂ ਪਰੇ ਹੈ। ਫਿਰ ਤੋਂ ਗੁਰੂ ਸਾਹਿਬ ਉਹ ਗੱਲ ਸਾਨੂੰ ਚੇਤੇ ਦੇ ਵਿੱਚ ਕਰਵਾਉਂਦੇ ਨੇ ਕਿ ਸਰੀਰਕ ਤੌਰ 'ਤੇ ਪਰਮਾਤਮਾ ਦੀ ਅਸੀਂ ਕੋਈ ਤਸਵੀਰ ਖਿੱਚ ਨਹੀਂ ਸਕਦੇ। ਜਿੰਨੀ ਕੁ ਸਾਡੀ ਅਕਲ ਇਜਾਜ਼ਤ ਦਿੰਦੀ ਹੈ, ਉਨੇ ਕੁ ਅਸੀਂ ਪਰਮਾਤਮਾ ਦੇ ਗੁਣ ਗਾ ਸਕਦੇ ਹਾਂ। ਪਰ ਇਹ ਨਾ ਸਮਝੀਏ ਕਿ ਜਿੰਨੇ ਕੁ ਅਸੀਂ ਗਾ ਲਏ, ਪਰਮਾਤਮਾ ਦੇ ਵਿੱਚ ਸਿਰਫ ਉਨੇ ਕੁ ਹੀ ਗੁਣ ਹਨ। ਪਰਮਾਤਮਾ ਦੇ ਗੁਣਾਂ ਦਾ ਕੋਈ ਅੰਤ ਨਹੀਂ ਹੈ। ਦੇਵ ਗੰਧਾਰੀ ਮਹਿਲਾ ਪੰਜਵਾਂ। ਧਿਆਏ ਗਾਏ ਕਰਨੈ ਹਾਰ, ਭਉ ਨਾਹੀ ਸੁਖ ਸਹਿਜ ਅਨੰਦਾ। ਅਨਿਕ ਓ ਹੀਰੇ ਏਕ ਸਮਾਰ। ਰਹਾਉ। हे ਭਾਈ, ਜਿਹੜਾ ਮਨੁੱਖ ਸਿਰਜਣਹਾਰ ਕਰਤਾਰ ਦਾ ਧਿਆਨ ਧਰਦਾ ਹੈ, ਕਰਤਾਰ ਦੇ ਗੁਣ ਗਾਉਂਦਾ ਹੈ, ਉਸ ਨੂੰ ਕੋਈ ਡਰ ਭੋ ਨਹੀਂ ਸਕਦਾ। ਉਸ ਨੂੰ ਆਤਮਿਕ ਅਡੋਲਤਾ ਦੇ ਸੁੱਖ ਆਨੰਦ ਮਿਲੇ ਰਹਿੰਦੇ ਹਨ। हे ਭਾਈ, ਤੂੰ ਉਸ ਕਰਤਾਰ ਨੂੰ ਆਪਣੇ ਹਿਰਦੇ ਵਿੱਚ ਸਾਂਭ ਰੱਖ। ਉਹੀ ਇੱਕ ਹੈ ਅਤੇ ਉਹੀ ਅਨੇਕਾਂ ਰੂਪਾਂ ਵਾਲਾ ਹੈ। ਸਫਲ ਮੂਰਤ ਗੁਰ ਮੇਰਾ ਮਾਥੈ, ਜਤ ਕਤ ਪੇਖੋ ਤਤ ਤਤ ਸਾਥੈ।
ਚਰਨ ਕਮਲ ਮੇਰੇ ਪ੍ਰਾਨ ਆਧਾਰ। ਹੇ ਭਾਈ, ਜਿਸ ਗੁਰੂ ਦਾ ਦਰਸ਼ਨ ਜੀਵਨ ਦਾ ਫਲ ਦੇਣ ਵਾਲਾ ਹੈ, ਉਹ ਮੇਰੇ ਮੱਥੇ ਉੱਤੇ ਆਪਣਾ ਹੱਥ ਰੱਖਦਾ ਹੈ। ਉਸ ਗੁਰੂ ਦੀ ਬਰਕਤ ਨਾਲ ਮੈਂ ਜਿੱਧਰ ਵੇਖਦਾ ਹਾਂ ਉੱਧਰ ਹੀ ਪ੍ਰਮਾਤਮਾ ਮੈਨੂੰ ਆਪਣੇ ਨਾਲ ਵਸਦਾ ਪ੍ਰਤੀਤ ਹੁੰਦਾ ਹੈ। ਉਸ ਪ੍ਰਮਾਤਮਾ ਦੇ ਸੋਹਣੇ ਚਰਨ ਮੇਰੀ ਜਿੰਦ ਦਾ ਆਸਰਾ ਬਣ ਗਏ ਹਨ। ਸਮਰੱਥ ਅਥਾਹ ਵੱਡਾ ਪ੍ਰਭ ਮੇਰਾ, ਘਟ ਘਟ ਅੰਤਰ ਸਾਹਿਬ ਨੇਰਾ। ਤਾਕੀ ਸ਼ਰਨ ਆਸਰ ਪ੍ਰਭ ਨਾਨਕ, ਜਾ ਕਾ ਅੰਤ ਨਾ ਪਾਰਾਵਾਰ। ਹੇ ਨਾਨਕ, ਆਖੋ, ਹੇ ਭਾਈ, ਮੈਂ ਉਸ ਪ੍ਰਮਾਤਮਾ ਦੀ ਸ਼ਰਨ ਤੱਕੀ ਹੈ, ਉਸ ਪ੍ਰਭੂ ਦਾ ਆਸਰਾ ਤੱਕਿਆ ਹੈ। ਤਾਂ ਕਿ ਸ਼ਰਨ ਆਸਰ ਪ੍ਰਭ ਨਾਨਕ, ਜਾ ਕਾ ਅੰਤ ਨਾ ਪਾਰਾਵਾਰ। ਜਿਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭਿਆ ਜਾ ਸਕਦਾ। ਸਮਰੱਥ ਅਥਾਹ ਵੱਡਾ ਪ੍ਰਭ ਮੇਰਾ, ਘਟ ਘਟ ਅੰਤਰ ਸਾਹਿਬ ਨੇਰਾ। ਗੁਰੂ ਸਾਹਿਬ ਕਹਿੰਦੇ ਕਿ ਉਹ ਪ੍ਰਮਾਤਮਾ ਸਭ ਕੁਝ ਕਰਨ ਦੇ ਸਮਰੱਥ ਹੈ, ਸਰਵ ਸ਼ਕਤੀਮਾਨ ਹੈ, ਅਥਾਹ ਹੈ ਤੇ ਬਹੁਤ ਹੀ ਵੱਡਾ ਹੈ। ਘਟ ਘਟ ਅੰਤਰ ਸਾਹਿਬ ਨੇਰਾ। ਹਰੇਕ ਹਿਰਦੇ ਵਿੱਚ, ਹਰੇਕ ਸਰੀਰ ਦੇ ਵਿੱਚ ਉਹ ਪ੍ਰਮਾਤਮਾ ਬੜਾ ਹੀ ਨੇੜੇ ਵਸਦਾ ਹੈ। ਦੇਵ ਗੰਧਾਰੀ ਮਹਿਲਾ ਪੰਜਵਾਂ। ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉ ਕਰ ਉਲਟੀ ਰੇ। ਝੂਠੇ ਕੀ ਰੇ ਝੂਠ ਪ੍ਰੀਤ, ਛੁਟਕੀ ਰੇ ਮਨ ਛੁਟਕੀ ਰੇ। ਸਾਕਤ ਸੰਗ ਨਾ ਛੁਟਕੀ ਰੇ। ਰਹਾਉ। ਹੇ ਮੇਰੇ ਮਨ, ਜਿਹੜੇ ਮਨੁੱਖ ਪਰਮਾਤਮਾ ਨਾਲੋਂ ਸਦਾ ਟੁੱਟੇ ਰਹਿੰਦੇ ਹਨ, ਸਾਕਤ ਮਨੁੱਖ, ਉਹਨਾਂ ਨਾਲੋਂ ਆਪਣੇ ਆਪ ਨੂੰ ਸਦਾ ਪਰੇ ਰੱਖ, ਪਰੇ ਰੱਖ। ਉਲਟੀ ਰੇ ਤੋਂ ਭਾਵ ਹੈ ਕਿ ਆਪਣੇ ਆਪ ਨੂੰ ਪਰਤਾ ਲੈ, ਉਲਟਾ ਲੈ। ਸਾਕਤ ਸਿਉ ਕਰ ਉਲਟੀ ਰੇ, ਕਿ ਸਾਕਤ ਮਨੁੱਖ ਵੱਲ ਇੱਕ ਤਰ੍ਹਾਂ ਨਾਲ ਆਪਣੀ ਪਿੱਠ ਕਰ ਲੈ, ਉਹਦੀ ਸੰਗਤ ਛੱਡ ਦੇ, ਉਹਦੇ ਤੋਂ ਪਰੇ ਹੋ ਜਾ। ਝੂਠੈ ਕੀ ਰੇ ਝੂਠ ਪ੍ਰੀਤ। ਹੇ ਮਨ, ਸਾਕਤ ਝੂਠੇ ਮਨੁੱਖ ਦੀ ਪ੍ਰੀਤ ਨੂੰ ਵੀ ਝੂਠ ਹੀ ਸਮਝ। ਇਹ ਕਦੇ ਤੋੜ ਨਹੀਂ ਨਿਭਦੀ, ਇਹ ਜ਼ਰੂਰ ਟੁੱਟ ਜਾਂਦੀ ਹੈ। ਛੁਟਕੀ ਰੇ ਮਨ ਛੁਟਕੀ ਰੇ, ਸਾਕਤ ਸੰਗ ਨਾ ਛੁਟਕੀ ਰੇ। ਤੇ ਫਿਰ ਸਾਕਤ ਦੀ ਸੰਗਤ ਵਿੱਚ ਰਿਆਂ ਵਿਕਾਰਾਂ ਤੋਂ ਖਲਾਸੀ ਨਹੀਂ ਹੋ ਸਕਦੀ। ਸਾਕਤ ਦੀ ਪ੍ਰੀਤ ਛੁਟਕੀ ਹੈ, ਛੁੱਟ ਜਾਂਦੀ ਹੈ, ਟੁੱਟ ਜਾਂਦੀ ਹੈ। ਸਾਕਤ ਸੰਗ ਨਾ ਛੁਟਕੀ ਰੇ। ਸਾਕਤ ਦੇ ਨਾਲ ਜਦ ਤੱਕ ਸਾਡਾ ਸੰਗ ਹੈ, ਉਦੋਂ ਤੱਕ ਵਿਕਾਰਾਂ ਤੋਂ ਸਾਡੀ ਖਲਾਸੀ ਨਹੀਂ ਹੁੰਦੀ, ਵਿਕਾਰ ਸਾਡਾ ਪਿੱਛਾ ਨਹੀਂ ਛੱਡਦੇ। ਸੋ ਧਿਆਨ ਰੱਖੀਏ, ਆਪਣੀ ਸੰਗਤ ਨੂੰ ਗੌਰ ਨਾਲ ਵੇਖੀਏ। ਜੇ ਸਾਡੀ ਸੰਗਤ ਸਾਕਤ ਮਨੁੱਖਾਂ ਦੀ ਹੈ ਤੇ ਉਹਨਾਂ ਤੋਂ ਥੋੜ੍ਹਾ ਜਿਹਾ ਪਾਸਾ ਵਟੀਏ, ਗੁਰਮੁਖਾਂ ਵੱਲ ਨੂੰ ਜਾਈਏ, ਗੁਰਮੁਖਾਂ ਦੀ ਸੰਗਤ ਵਿੱਚ ਜਾਈਏ। ਜਿਉ ਕਾਜਰ ਭਰ ਮੰਦਰ ਰਾਖਿਓ, ਜੋ ਪੈਸੈ ਕਾਲੂ ਖੀਰੇ। ਦੁਰਹੂ ਹੀ ਤੇ ਭਾਗ ਗਇਓ ਹੈ, ਜਿਸ ਗੁਰ ਮਿਲ ਛੁਟਕੀ ਤ੍ਰਿਕੁਟੀ ਰੇ। ਹੇ ਮਨ, ਜਿਵੇਂ ਕੋਈ ਘਰ ਕੱਜਲ ਨਾਲ ਭਰ ਲਿਆ ਜਾਵੇ, ਉਸ ਵਿੱਚ ਜਿਹੜਾ ਵੀ ਮਨੁੱਖ ਵੜੇਗਾ ਉਹ ਕਾਲਖ ਨਾਲ ਭਰ ਜਾਵੇਗਾ। ਜਿੰਨਾ ਮਰਜ਼ੀ ਕੋਈ ਧਿਆਨ ਰੱਖ ਲਵੇ, ਜੇਕਰ ਕੋਈ ਸਾਰਾ ਘਰ ਹੀ ਕਾਲਖ ਦੇ ਨਾਲ ਲਿਪਿਆ ਪਿਆ ਹੈ, ਬੜੇ ਧਿਆਨ ਦੇ ਨਾਲ ਅੰਦਰ ਜਾ ਕੇ ਤੇ ਬਾਹਰ ਆਇਆ ਮਨੁੱਖ ਵੀ ਕਿਸੇ ਨਾ ਕਿਸੇ ਪਾਸਿਓਂ ਕਾਲਖ ਦੇ ਨਾਲ ਜ਼ਰੂਰ ਰੰਗਿਆ ਜਾਵੇਗਾ। ਗੁਰੂ ਸਾਹਿਬ ਕਹਿੰਦੇ, ਤਿਵੇਂ ਹੀ ਪ੍ਰਮਾਤਮਾ ਨਾਲੋਂ ਟੁੱਟੇ ਮਨੁੱਖ ਨਾਲ ਮੂੰਹ ਜੋੜਿਆਂ ਵਿਕਾਰਾਂ ਦੀ ਕਾਲਖ ਮਿਲੇਗੀ ਹੀ। ਕਿ ਜੇ ਅਸੀਂ ਸਾਕਤਾਂ ਦੀ ਸੰਗਤ ਦੇ ਵਿੱਚ ਰਵਾਂਗੇ ਤਾਂ ਕੁਝ ਹੱਦ ਤੱਕ ਸਾਕਤ ਪੁਣਾ, ਕੁਝ ਹੱਦ ਤੱਕ ਪ੍ਰਮਾਤਮਾ ਨਾਲੋਂ ਵਿੱਥ ਸਾਡੇ ਅੰਦਰ ਵੀ ਪੈ ਹੀ ਜਾਏਗੀ। ਉਹਨਾਂ ਦੇ ਵਿੱਚ ਜੋ ਵਿਕਾਰ ਹਨ ਉਹ ਸਾਡੇ ਵਿੱਚ ਆ ਹੀ ਜਾਵਣਗੇ।
ਗੁਰੂ ਨੂੰ ਮਿਲ ਕੇ ਜਿਸ ਮਨੁੱਖ ਦੇ ਮੱਥੇ ਦੀ ਤਿਉੜੀ ਮਿਟ ਜਾਂਦੀ ਹੈ, ਜਿਹਦੇ ਅੰਦਰੋਂ ਵਿਕਾਰਾਂ ਦੀ ਖਿੱਚ ਦੂਰ ਹੋ ਜਾਂਦੀ ਹੈ, ਉਹ ਦੂਰ ਤੋਂ ਹੀ ਸਾਕਤ ਮਨੁੱਖ ਕੋਲੋਂ ਪਰੇ ਪਰੇ ਰਹਿੰਦਾ ਹੈ। ਦੂਰ ਹੂੰ ਹੀ ਤੇ ਭਾਗ ਗਇਓ ਹੈ, ਜਿਸ ਗੁਰ ਮਿਲ ਛੁਟਕੀ ਤ੍ਰਿਕੁਟੀਰੇ। ਮੰਗੋ ਦਾਨ ਕਿਰਪਾਲ ਕਿਰਪਾ ਨਿਧ, ਮੇਰਾ ਮੁਖ ਸਾਕਤ ਸੰਗ ਨਾ ਜੁਟ ਸੀਰੇ। ਜਨ ਨਾਨਕ ਦਾਸ ਦਾਸ ਕੋ ਕਰਿਓ, ਮੇਰਾ ਮੂੰਡ ਸਾਧ ਪਗਾ ਹੇਠ ਰੁਲ ਸੀਰੇ। ਹੇ ਕਿਰਪਾ ਦੇ ਘਰ ਪ੍ਰਭੂ, ਹੇ ਕਿਰਪਾ ਦੇ ਖਜ਼ਾਨੇ ਪ੍ਰਭੂ, ਮੈਂ ਤੇਰੇ ਪਾਸੋਂ ਇੱਕ ਦਾਨ ਮੰਗਦਾ ਹਾਂ। ਮਿਹਰ ਕਰ, ਮੈਨੂੰ ਕਿਸੇ ਸਾਕਤ ਨਾਲ ਵਾਹ ਨਾ ਪਵੇ। ਹੇ ਦਾਸ ਨਾਨਕ ਆਖੋ, ਹੇ ਪ੍ਰਭੂ, ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ। ਮੇਰਾ ਸਿਰ ਤੇਰੇ ਸੰਤ ਜਨਾਂ ਦੇ ਪੈਰਾਂ ਹੇਠ ਪਿਆ ਰਹੇ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 535ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਉਸ ਪ੍ਰਮਾਤਮਾ ਦੇ ਬਾਰੇ 'ਚ, ਉਸ ਪ੍ਰਮਾਤਮਾ ਦੇ ਅਪਹੁੰਚ ਹੋਣ ਬਾਰੇ ਤੇ ਮਨੁੱਖੀ ਅਕਲ ਦੇ ਕੋਲ ਇੰਨੀ ਤਾਕਤ ਨਾ ਹੋਣ ਦੇ ਬਾਰੇ 'ਚ ਸਾਨੂੰ ਦੱਸਿਆ ਕਿ ਜੋ ਉਸ ਪ੍ਰਮਾਤਮਾ ਦੀ ਕੋਈ ਫਿਜ਼ੀਕਲ ਤਸਵੀਰ ਖਿੱਚ ਸਕੇ। ਉਸ ਪ੍ਰਮਾਤਮਾ ਦੇ ਵਿੱਚ ਅਨੇਕਾਂ ਹੀ ਗੁਣ ਹਨ, ਬੇਅੰਤ ਗੁਣ ਹਨ। ਮਨੁੱਖ ਦੀ ਅਕਲ ਇੰਨੀ ਕੁ ਯੋਗ ਹੈ ਕਿ ਉਹਨਾਂ ਗੁਣਾਂ ਦੇ ਵਿੱਚੋਂ ਕੁਝ ਕੁ ਦਾ ਜ਼ਿਕਰ ਕਰ ਸਕਦੀ ਹੈ, ਕੁਝ ਕੁ ਗੁਣਾਂ ਨੂੰ ਬਿਆਨ ਕਰ ਸਕਦੀ ਹੈ, ਪਰ ਸਾਰਿਆਂ ਨੂੰ ਨਹੀਂ। ਉਸ ਪ੍ਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ ਅਸੀਂ। ਪਰਮਾਤਮਾ ਦੇ ਨਾਲ ਨੇੜਤਾ ਬਣਾਉਣੀ ਹੈ ਤੇ ਗੁਰੂ ਦੇ ਲੜ ਲੱਗਣਾ ਜ਼ਰੂਰੀ ਹੈ। ਬੜੀ ਸੋਹਣੀ ਉਦਾਹਰਣ ਗੁਰੂ ਸਾਹਿਬ ਨੇ ਪੇਸ਼ ਕੀਤੀ ਕਿ ਲੱਕੜ ਹੈ, ਲੱਕੜ ਦੇ ਵਿੱਚ ਅੱਗ ਹੈ। ਤੁਹਾਡੇ ਹੱਥ ਵਿੱਚ ਮਾਚਿਸ ਵੀ ਹੋਵੇ ਤੇ ਨਾਲ ਜੁਗਤ ਦਾ ਪਤਾ ਹੋਣਾ ਵੀ ਜ਼ਰੂਰੀ ਹੈ ਉਸ ਲੱਕੜ ਦੇ ਵਿੱਚੋਂ ਅੱਗ ਨੂੰ ਬਾਹਰ ਕੱਢਣ ਦੇ ਲਈ। ਪਰਮਾਤਮਾ ਇਸ ਸ੍ਰਿਸ਼ਟੀ ਦੇ ਕਣ ਕਣ ਵਿੱਚ ਮੌਜੂਦ ਹੈ, ਹਰ ਥਾਂ ਮੌਜੂਦ ਹੈ। ਗੁਰੂ ਵੀ ਇਸ ਜਗਤ ਦੇ ਵਿੱਚ ਮੌਜੂਦ ਹੈ। ਪਰ ਜੇ ਅਸੀਂ ਪ੍ਰਮਾਤਮਾ ਦੀ ਨੇੜਤਾ ਨੂੰ ਮਹਿਸੂਸ ਕਰਨਾ ਹੈ ਤੇ ਗੁਰੂ ਦੇ ਕੋਲ ਜਾਣਾ ਪਵੇਗਾ, ਗੁਰੂ ਤੋਂ ਸਿੱਖਿਆ ਲੈਣੀ ਪਵੇਗੀ ਤੇ ਉਸ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ ਪਵੇਗਾ। ਤੇ ਅਖੀਰ ਵੱਲ ਨੂੰ ਗੁਰੂ ਸਾਹਿਬ ਸਾਨੂੰ ਸਾਕਤ ਮਨੁੱਖਾਂ ਦੀ ਸੰਗਤ ਤੋਂ ਬਚਣ ਦਾ ਸੰਦੇਸ਼ ਦਿੰਦੇ ਹਨ। ਕੋਸ਼ਿਸ਼ ਕਰੀਏ ਅਸੀਂ ਆਪਣੀ ਸੰਗਤ ਨੂੰ, ਕਿੰਨਾ ਲੋਕਾਂ ਦੇ ਵਿੱਚ ਅਸੀਂ ਉੱਠਦੇ ਬਹਿੰਦੇ ਹਾਂ, ਕਿੰਨਾ ਲੋਕਾਂ ਦੇ ਨਾਲ ਸਾਡਾ ਪ੍ਰੇਮ ਹੈ, ਉਹਨਾਂ ਦੇ ਕੀ ਗੁਣ ਔਗਣ ਹਨ, ਇਹ ਸਾਨੂੰ ਪਤਾ ਹੋਣੇ ਚਾਹੀਦੇ ਨੇ। ਉਹ ਸਾਕਤ ਨੇ ਕਿ ਗੁਰਮੁਖ ਨੇ, ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ। ਪਤਾ ਹੋਏਗਾ ਤਦੇ ਅਸੀਂ ਸਾਕਤ ਮਨੁੱਖਾਂ ਤੋਂ ਥੋੜ੍ਹਾ ਪਾਸਾ ਵੱਟ ਸਕਾਂਗੇ, ਗੁਰਮੁਖ ਮਨੁੱਖਾਂ ਦੇ ਥੋੜ੍ਹਾ ਨੇੜੇ ਜਾ ਸਕਾਂਗੇ। ਗੁਰੂ ਸਾਹਿਬ ਨੇ ਸਾਨੂੰ ਇਹ ਨਹੀਂ ਕਿਹਾ ਕਿ ਅਸੀਂ ਸਾਕਤਾਂ ਦੇ ਨਾਲ ਨਫ਼ਰਤ ਕਰਨ ਲੱਗ ਜਾਈਏ, ਸਿਰਫ ਇੰਨਾ ਕਿਹਾ ਹੈ ਕਿ ਉਹਨਾਂ ਦੀ ਸੰਗਤ ਤੋਂ ਦੂਰ ਰਹੀਏ। ਕਿਉਂਕਿ ਜੇ ਉਹਨਾਂ ਦੀ ਸੰਗਤ ਵਿੱਚ ਰਵਾਂਗੇ ਤੇ ਉਹਨਾਂ ਵਿਚਲੇ ਔਗਣ, ਉਹਨਾਂ ਵਿਚਲੇ ਵਿਕਾਰ ਸਾਡੇ ਉੱਪਰ ਵੀ ਜ਼ਰੂਰ ਆਪਣਾ ਅਸਰ ਕਰ ਜਾਵਣਗੇ। ਇਸੇ ਸੰਦੇਸ਼ ਬੇਨਤੀ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।